आने वाला समय इलेक्ट्रिक व्हीकल का होगा और जैसे जैसे टेक्नोलॉजी बदल रही है यह समय भी बचाती है और व्यक्ति के जेब का खर्चा भी। इसी को लेकर चंडीगढ़ में अब एक कंपनी की ओर से इलेक्ट्रिकल ऑटो की शुरुआत की गई है। ऐसा नहीं है कि इलेक्ट्रिक ऑटो की शुरुआत कंपनी की ओर से पहले नहीं की गई, लेकिन इसमें नई तकनीक ईजाद की गई है जिसमें अब से पहले इलेक्ट्रिक व्हीकल को चार्ज करने के लिए चार्जिंग स्टेशन पर जाना पड़ता था, लेकिन इन इलेक्ट्रिक ऑटो को आप अपने घर पर चार्ज कर सकते हैं और एक बार चार्ज करने पर 120 किलोमीटर तक चला सकते हैं। चंडीगढ़ के ट्रांसपोर्ट डिपार्टमेंट के डायरेक्टर उमाशंकर गुप्ता ने 20 ऑटो चालकों को इन नए ऑटो की चाबियां सौंपी। डायरेक्टर उमाशंकर गुप्ता का कहना है कि आने वाला समय इलेक्ट्रिकल वाहन का है और सबसे बड़ी बात है कि चंडीगढ़ प्रशासन की ओर से ई वाहन पर बड़ी छूट भी दी जा रही है और किसी भी तरह का इन्हें रोड टैक्स नहीं लगेगा। साथ ही साथ सरकार की तरफ से इन वाहनों पर सब्सिडी भी दी जा रही है। इसी तर्ज पर अब चंडीगढ़ में भी बसें भी इलेक्ट्रिक आने वाली हैं जो जल्दी ही आपको सड़कों पर दिखेंगी। सर एक स्क्रैप पॉलिसी ਜਿਹੜੀ ਕੇਂਦਰ ਸਰਕਾਰ ਦੀ ਉਸਨੂੰ ਚੰਡੀਗੜ੍ਹ ਕਿੱਦਾਂ ਇੰਪਲੀਮੈਂਟ ਕਰਨ ਜਾ ਰਹੇ ਆ ਤੇ ਸਕ੍ਰੈਪ ਵਾਹਨ ਸਕ੍ਰੈਪ ਤੇ ਚਲੇ ਜਾਣਗੇ? ਸਕ੍ਰੈਪਿੰਗ ਪਾਲਿਸੀ ਹਲੇ ਡਰਾਫਟ ਗਵਰਨਮੈਂਟ ਆਫ ਇੰਡੀਆ ਦਾ ਆਇਆ ਸੀ, ਉਹਦਾ ਅਸੀਂ ਅਪਰੂਵਲ ਕੰਕਰੈਂਸ ਦੇ ਕੇ ਭੇਜਤੀ ਹੈਗੀ ਹੈ। ਉਹਦੇ ਵਿੱਚ ਇੱਕ ਦੋ ਚੀਜ਼ਾਂ ਨੇ ਕਿ ਜਿੰਨੀਆਂ ਗਵਰਨਮੈਂਟ ਵਹੀਕਲਸ ਨੇ, ਚਾਹੇ ਉਹ ਟਰਾਂਸਪੋਰਟ ਦੇ ਆ ਚਾਹੇ ਨੋਨ ਟਰਾਂਸਪੋਰਟ ਹੈ, ਉਹਨਾਂ ਨੇ ਕਿਹਾ ਵੀ 15 ਸਾਲ ਬਾਅਦ ਅਸੀਂ ਉਹਨੂੰ ਚਲਾ ਨਹੀਂ ਸਕਦੇ ਫਰੋਮ ਦੀ ਗਵਰਨਮੈਂਟ ਸਾਈਡ। ਬਟ ਜਿਹੜੇ ਦੂਸਰੇ ਵਹੀਕਲਸ ਨੇ ਟਰਾਂਸਪੋਰਟ ਤੇ ਨੋਨ ਟਰਾਂਸਪੋਰਟ, ਉਹਨਾਂ ਨੇ ਲਿਖਿਆ ਵੀ ਜੇ 8 ਸਾਲ ਤੋਂ ਜ਼ਿਆਦਾ ਪੁਰਾਣਾ ਹੋ ਜਾਂਦੇ ਆ ਤਾਂ ਉਹ ਚਲਾ ਸਕਦੇ ਆ ਜੇ ਫਿੱਟ ਪਾਏ ਜਾਂਦੇ ਆ, ਬਟ ਉਹਨਾਂ ਨੂੰ ਕੁਝ ਐਕਸਟਰਾ ਗ੍ਰੀਨ ਟੈਕਸ ਦੇਣਾ ਪਏਗਾ। ਉਹਦਾ ਪ੍ਰਪੋਜ਼ਲ ਹੈ। ਐਂ ਟਰਾਂਸਪੋਰਟ ਨੋਨ ਟਰਾਂਸਪੋਰਟ ਵਹੀਕਲਸ ਤੇ 12 ਸਾਲ ਦੀ ਲਾਈਫ ਤੋਂ ਬਾਅਦ ਜੇ ਓਨਰ ਉਹਨੂੰ ਜੇ ਵਹੀਕਲ ਫਿੱਟ ਹੈ ਤੇ ਚਲਾਉਣਾ ਚਾਹੁੰਦਾ ਤੇ ਉਹਦੇ ਵੀ ਗ੍ਰੀਨ ਟੈਕਸ ਲੱਗੇਗਾ। ਤਾਂ ਇਸ ਤਰ੍ਹਾਂ ਦੀ ਆ। ਤੇ ਸਕ੍ਰੈਪਿੰਗ ਪਾਲਿਸੀ ਓਬਵੀਅਸਲੀ ਅਸੀਂ ਉਹ ਗਵਰਨਮੈਂਟ ਆਫ ਇੰਡੀਆ ਹੈ ਗਾਈਡਲਾਈਨ ਬਣਾ ਰਹੀ ਹੈ ਵੀ ਕੋਈ ਜਗ੍ਹਾ ਹੋਣੀ ਚਾਹੀਦੀ ਆ, ਕੀ ਉਹਦੇ ਕ੍ਰਾਈਟੀਰੀਆ ਹੋਣੇ ਚਾਹੀਦੇ ਨੇ। ਉਹ ਆਲਰੇਡੀ ਡਰਾਫਟ ਆ ਚੁੱਕਿਆ ਤੇ ਅਸੀਂ ਉਹਨੂੰ ਕੰਕਰੈਂਸ ਦੇ ਚੁੱਕੇ ਹਾਂ, ਜਿਹਦੇ ਵਿੱਚ ਸਾਨੂੰ ਉਮੀਦ ਹੈ ਵੀ ਟਰਾਈ ਸਿਟੀ ਲਈ 1 ਜਾਂ 2 ਸਕ੍ਰੈਪਿੰਗ ਯਾਰਡ ਉਸ ਪਾਲਿਸੀ ਦੇ ਅਧੀਨ ਖੁੱਲ੍ਹਣਗੇ, ਜਿੱਥੇ ਜੋ ਵੀ ਵਹੀਕਲਸ ਨੇ ਜਿਹੜੇ ਜਾਂ ਤਾਂ ਫਿੱਟ ਨਹੀਂ ਪਾਏ ਜਾਂਦੇ ਜਾਂ ਆਪਣੀ ਪ੍ਰਸਕ੍ਰਾਈਬਡ ਲਾਈਫ ਜੋ ਪੂਰੀ ਕਰ ਲੈਣਗੇ, ਉਹਨਾਂ ਨੂੰ ਉੱਥੇ ਸਕ੍ਰੈਪ ਕੀਤਾ ਜਾਊਗਾ ਤੇ ਉਹਨਾਂ ਵਹੀਕਲਸ ਦੇ ਅਗੇਂਸਟ ਇਨਸੈਂਟਿਵ ਦਿੱਤਾ ਜਾਊਗਾ। ਕਿੰਨੇ ਕੁ ਵਾਹੀਕਲ ਚੰਡੀਗੜ੍ਹ ਜਾਂ ਟਰਾਈ ਸਿਟੀ ਤੋਂ ਹੋ ਸਕਦੇ ਜਿਹੜੇ ਸਕ੍ਰੈਪਿੰਗ ਦੇ ਵਿੱਚ ਚਲੇ ਜਾਣਗੇ? ਇਹ ਡਾਟਾ ਐਜ਼ ਆਫ ਨਾਓ ਮੈਨੂੰ ਨਹੀਂ ਹੈ, ਇਹ ਟਰਾਂਸਪੋਰਟ ਦਾ ਤਾਂ ਸ਼ਾਇਦ ਸੈਕਟਰੀ ਐਸਕੇ ਸਾਹਿਬ ਦੱਸ ਸਕਦੇ ਆ। ਇੱਕ ਗੱਲ ਹੋਰ ਹੈ, 40 ਬੱਸਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਆ ਰਹੀਆਂ ਇਲੈਕਟ੍ਰਿਕ ਬੱਸਾਂ 40 ਜੀ, ਸੀਟੀਯੂ ਯੂਨੀਅਨ ਉਹਦਾ ਵਿਰੋਧ ਕਰ ਰਹੀ ਹੈ, ਕਿਆ ਸਹੀ ਹੈ? ਇਸ ਤਰ੍ਹਾਂ ਦਾ ਮੇਰੇ ਸਾਹਮਣੇ ਕੋਈ ਵਿਰੋਧ ਨਹੀਂ ਆਇਆ ਹੈਗਾ ਉਹਨਾਂ, ਕਿਉਂਕਿ ਇਹ ਜਿਹੜੀਆਂ ਬੱਸਾਂ ਨੇ ਅਸੀਂ ਸੁਸਾਇਟੀ 'ਚ ਲੈ ਰਹੇ ਹਾਂ। ਜਿਹੜੀ ਯੂਨੀਅਨ ਆ ਉਹ ਸੀਟੀਯੂ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਨੂੰ ਰਿਪਰੈਜ਼ੈਂਟ ਕਰਦੀ ਹੈ, ਜਿਹੜੀ ਪ੍ਰਾਇਮਰਲੀ ਲੌਂਗ ਰੂਟ ਨੂੰ ਡੀਲ ਕਰਦੀ ਹੈ। ਤੇ ਉਹ ਉਹਨਾਂ ਦਾ ਇੱਕ ਸਿੰਬੋਲਿਕ ਹੈਗਾ ਪ੍ਰੋਟੈਸਟ ਵੀ ਇਹ, ਕਿਉਂਕਿ ਗ੍ਰੋਸ ਕੰਟਰੈਕਟ ਮਾਡਲ 'ਤੇ ਆ ਰਹੀਆਂ ਨੇ ਵੀ ਪ੍ਰਾਈਵੇਟਾਈਜੇਸ਼ਨ ਹੋ ਰਹੀ ਹੈ ਤੇ ਉਸ 'ਤੇ ਉਹਨਾਂ ਨੇ ਜ਼ਰੂਰ ਮਿਲਿਆ ਤੇ ਸਾਨੂੰ ਕਿਹਾ ਵੀ ਇਹ ਨਹੀਂ ਹੋਣਾ ਚਾਹੀਦਾ। ਬਟ ਇਹ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਹੈ ਜਿਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਸਬਸਿਡੀ ਵੀ ਦੇ ਰਹੀ ਹੈ। ਹਰ ਬੱਸ 'ਤੇ 45 ਲੱਖ ਸਬਸਿਡੀ ਮਿਲ ਰਹੀ ਹੈ ਤੇ ਪੂਰੇ ਇੰਡੀਆ 'ਚ ਆ ਰਹੀਆਂ ਨੇ ਤੇ ਯੂਨੀਅਨ ਤਾਂ ਪੂਰੇ ਇੰਡੀਆ 'ਚ ਹੀ ਨੇ, ਕੋਈ ਚੰਡੀਗੜ੍ਹ ਤਾਂ ਹੈ ਨਹੀਂ। ਸਰ ਜਿਹੜੀ ਈ ਕਾਰਡ ਚੱਲਦੀਆਂ ਪੰਜਾਬ ਯੂਨੀਵਰਸਿਟੀ ਜਾਂ ਪੀਜੀਆਈ ਤੇ ਉਹ 25 ਕਿਲੋਮੀਟਰ ਦੀ ਸਪੀਡ ਹੈ, ਕਿਆ ਉਹ ਮੇਨ ਰੋਡ 'ਤੇ ਚੱਲ ਸਕਦੀਆਂ? ਅਸੀਂ ਦੇਖਦੇ ਹਾਂ ਕਈ ਵਾਰੀ ਐਕਸੀਡੈਂਟ ਦਿਖਦੇ ਆ ਵੀ 25 ਕਿਲੋਮੀਟਰ ਵਾਲੀ ਗੱਡੀ ਮੇਨ ਲੇਨ 'ਤੇ ਹੀ ਚੱਲ ਰਹੀ ਹੈ। ਦੇਖੋ ਇਹ ਟ੍ਰੈਫਿਕ ਇਸ਼ੂਜ਼ ਹੈਗੇ ਨੇ ਪ੍ਰਾਇਮਰਲੀ, ਤਾਂ ਜਿਹੜੇ ਇਹ ਵਹੀਕਲਸ ਹੁੰਦੇ ਨੇ ਲਾਸਟ ਮਾਈਲ ਕਨੈਕਟੀਵਿਟੀ ਲਈ ਹੁੰਦੇ ਨੇ ਵੀ ਸਾਡੇ ਜਿਵੇਂ ਬੱਸਿਸ ਬੱਸ ਸਟੈਂਡ 'ਤੇ ਜਾਂਦੀਆਂ ਨੇ ਜਾਂ ਜਿੱਥੇ ਸਾਡੇ ਸਟੋਪੇਜ ਨੇ ਉਹਦੇ ਇੰਟਰਨਲ ਕੋਈ ਸੈਕਟਰ ਜਾਣ ਲਈ ਇਹ ਆਟੋਸ ਹੁੰਦੇ ਨੇ ਪ੍ਰਾਇਮਰਲੀ, ਆਟੋਸ ਰਿਕਸ਼ਾ ਸਾਈਕਲਸ ਜਿਹੜੇ ਹੈਗੇ ਆ। ਬਟ ਕਿਉਂਕਿ ਬੀਇੰਗ ਏ ਡਾਇਰੈਕਟਰ ਟਰਾਂਸਪੋਰਟ ਮੈਂ ਕਹਿ ਸਕਦਾ ਕਿ ਸਾਡੀ ਹਲੇ ਜੋ ਬੱਸ ਟਰਾਂਸਪੋਰਟ ਸਰਵਿਸ ਹੈ ਉਹ 100% ਏਰੀਆ ਕਵਰ ਨਹੀਂ ਕਰ ਰਹੀ। ਕਾਫੀ ਏਰੀਆ ਹੈਗੇ ਜਿਹਦੇ 'ਚ ਸਾਡੀ ਜ਼ਿਆਦਾ ਬੱਸ ਸਰਵਿਸ ਨਹੀਂ ਹੈ ਜਾਂ ਕਾਫੀ ਘੱਟ ਹੈ, ਫ੍ਰੀਕੁਐਂਸੀ ਬਹੁਤ। सर इस 3 व्हीलर को बेहतर विकल्प हम क्यों कहें, किस वजह से? इस 3 व्हीलर को बेहतर व्हीकल कहने के ना बहुत सारे कारण हैं और चंडीगढ़ में लॉन्च करने का भी बहुत बड़ा कारण है। हम लोगों ने पिछले साल कोविड से पहले एक स्वैपेबल मॉडल इंट्रोड्यूस किया था, क्योंकि जो पहले यहाँ पे ई रिक्शाज बैटरी वाली गाड़ियाँ चलती थी ना तो उनको चार्ज होने में 8-8 घंटे लगते थे, कस्टमर के आइडियल आवर्स बहुत होते थे, उनकी कमाई का नुकसान होता था। जब हम स्वैपेबल लेके आए तो हमने शहर में 7 स्टेशन लगाए थे उस समय,
कि कस्टमर की जब चार्जिंग होनी है तो नॉर्मल जैसे फ्यूलिंग होती है CNG डीजल पेट्रोल गाड़ियों की होती है, इस तरह से फ्यूलिंग हो सके। 5 मिनट के अंदर बैटरी रिप्लेस किया और अपना कस्टमर चल पड़ा। तो बीच में फिर डिमांड आई कि हमको एक ऐसी गाड़ी चाहिए जिसका हमारा मार्केट के ऊपर डिपेंडेंसी ना हो, हम घर पे चार्ज कर सके। तो हम FX मॉडल लेके आए अभी, फिक्स बैटरी। तो फिक्स बैटरी FX मॉडल क्या है कि जिस घर में लोग फ्रिज अपना लगाते हैं 15-16 एम्पीयर के प्लग में ये गाड़ी चल जाएगी, चार्ज हो जाएगी। कस्टमर के लिए फ़ायदे क्या हैं कि हमने इस गाड़ी को 3 साल की AMC के साथ इंट्रोड्यूस किया है। मतलब क्या है कि उसको सिर्फ गाड़ी चलाने पे ध्यान देना है, कमाई करने पे ध्यान देना है, गाड़ी की मेंटेनेंस रख रखाव वो सारा प्याजो देखेगी। तो इसके लिए हमने एक्सक्लूसिव डीलरशिप यहाँ पर तैयार करी है जो प्लैटिनम व्हीकल्स है। प्लैटिनम व्हीकल 4 लोकेशंस पे काम कर रहा है, लुधियाना, पटियाला, मोहाली और चंडीगढ़ पे। तो इनका पुराना तजर्बा है, प्याजो का पुराना तजर्बा है गाड़ियों बनाने का, तो कस्टमर को बेहतर सर्विसेज मिलेंगी। कितने मॉडल अभी तक इन्होंने जो है बाजार में उतारे हैं और इंडिया में देखा जाए तो कितने डीलर हैं? सर हमारा ऑल इंडिया 450 प्लस का नेटवर्क है जो 3S डीलर है, जहाँ पे गाड़ी सेल्स, सर्विस, स्पेयर्स हो सकता है वहाँ पे। तो जो मॉडल हमने निकाले हैं कि पहले जब हम स्वैपेबल आए थे अभी 2 मॉडल और इंट्रोड्यूस किए हैं। उसमें पैसेंजर गाड़ी में FX मॉडल है जो आप देख रहे हैं यहाँ पे, और एक हम कार्गो में मॉडल निकाला है। तो उसमें 6 फीट डेक लेंथ आती है, तो 500 किलो पे लोड है गाड़ी का। तो ई मोबिलिटी के लिए एक अच्छा मतलब प्रयास है हमारा कि जो अटेनमेंट सिटीज़ में शहर आगे हैं और पोल्यूशन फ्रेंडली व्हीकल है ये, तो उसमें उसका फ़ायदा होगा सर। थैंक यू जी। सर सबसे पहले तो अपना नाम बताइए, दूसरा इस 3 व्हीलर का क्या फ़ायदा है पर्यावरण को बचाने में? ਸਰ ਮੈਂ ਜਸਪ੍ਰੀਤ ਸਿੰਘ ਅੱਜ ਇੱਥੇ ਪਲੈਟੀਨਮ ਵਹੀਕਲ ਦੀ ਇਲੈਕਟ੍ਰਿਕ ਸ਼ੋਰੂਮ ਦੀ ਐਕਸਕਲੂਸਿਵ ਦੀ ਲਾਂਚਿੰਗ ਸੀ, ਜਿਹਦੇ ਵਿੱਚ ਕੀ ਹੈ ਸਰ ਸਾਡਾ ਜਿਹੜਾ ਨਵਾਂ 3 ਵੀਲਰ ਆਇਆ ਹੈ, ਜੋ ਕਿ ਮਤਲਬ ਡੇ ਟੂ ਡੇ ਗੱਡੀਆਂ ਦੇ ਵਿੱਚ ਦਿੱਕਤ ਆ ਰਹੀ ਸੀ ਜਾਂ ਕੋਈ ਛੋਟੇ ਮਤਲਬ ਜਿਵੇਂ ਈਓ ਕਾਰਟਸ ਨੇ ਜਿਹੜੀਆਂ ਲੋਕਲ ਮੇਡ ਕਾਰਟਸ ਨੇ, ਉਹਨਾਂ ਤੋਂ ਇਲਾਵਾ ਸਰ ਆਪਣਾ ਨਾ ਇਲੈਕਟ੍ਰਿਕ ਆਇਆ ਜੋ ਕਿ ਨਾ ਸਿਰਫ ਇੱਕ ਮੋਬਾਈਲ ਦੀ ਤਰ੍ਹਾਂ ਤੁਸੀਂ ਘਰੇ ਚਾਰਜ ਕਰਨਾ ਤੇ ਤੁਸੀਂ ਉਹਨੂੰ ਮਤਲਬ ਨਾਲ ਦੀ ਨਾਲ 2 ਘੰਟੇ 'ਚ ਫੁੱਲੀ ਚਾਰਜ ਕਰਕੇ ਉਸ ਤੋਂ ਬਾਅਦ ਗੱਡੀ ਉਹ ਚੱਲ ਸਕਦੀ ਹੈ, ਜੋ ਕਿ ਇਹਦੀ ਵਾਰੰਟੀ ਪਿਆਜੋ ਵੱਲੋਂ ਸੀ 3.5 ਸਾਲ ਦੀ ਹੈਗੀ ਹੈ ਤੇ ਇਹਦੀ ਬੈਟਰੀ ਦੀ ਜਾਂ ਵਹੀਕਲ ਦੀ ਓਵਰਆਲ ਮੇਨਟੇਨੈਂਸ ਦੀ ਵਾਰੰਟੀ ਹੈਗੀ ਹੈ 3.5 ਸਾਲ ਦੀ ਪਿਆਜੋ ਵੱਲੋਂ। ਤੇ ਮਤਲਬ ਇਸ 'ਚ ਕੋਈ ਵੀ ਮਤਲਬ ਲੋਕਲ ਕਾਰਟ ਵਰਗਾ ਮਤਲਬ ਕੁਝ ਨਹੀਂ ਹੈਗਾ, ਮਤਲਬ ਇੱਕ ਸੇਫਟੀ ਲਈ ਚੰਡੀਗੜ੍ਹ ਲਈ ਇੱਕ ਸੇਫਟੀ ਵਾਈਜ਼ ਅਗਰ ਦੇਖਿਆ ਜਾਵੇ ਤਾਂ ਇਸ ਤੋਂ ਉੱਪਰ ਪ੍ਰੋਡਕਟ ਨਹੀਂ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ पर्यावरण वास्ते भी बेहतर? हाँ जी सर, ਇਨਵਾਇਰਨਮੈਂਟ ਵਾਸਤੇ ਵੀ ਦੇਖੋ ਇਕੋ ਫਰੈਂਡਲੀ ਹੈਗਾ, ਨਾ ਤਾਂ ਸਰ ਇਹਦਾ ਕੋਈ ਪੋਲਿਊਸ਼ਨ ਹੈ, ਨਾ ਤਾਂ ਕੋਈ ਮਤਲਬ ਈਵਨ ਇਕਨੋਮਿਕਲੀ ਵੀ ਦੇਖਿਆ ਜਾਵੇ ਤਾਂ ਵੀ ਬਹੁਤ ਅੱਛਾ ਹੈ, ਨਾ ਤਾਂ ਇਹਦਾ ਕੋਈ ਰੋਡ ਟੈਕਸ ਲੈ ਰਹੀ ਹੈ ਗਵਰਨਮੈਂਟ ਵੱਲੋਂ ਸਬਸਿਡੀਜ਼ ਆ ਰਹੀਆਂ ਨੇ ਇਹਦੀ, ਚਾਹੇ ਉਹ ਬੈਟਰੀ ਹੈ ਚਾਹੇ ਉਹ ਕਿਸੇ ਵੀ ਚੀਜ਼ 'ਤੇ ਆ। ਸਰ ਇੱਕ ਬੈਟਰੀ ਨਾਲ ਕਿੰਨੀ ਕਿਲੋਮੀਟਰ ਤੱਕ ਚੱਲ ਸਕਦਾ? ਸਰ ਇਹ ਤਕਰੀਬਨ 120 ਕਿਲੋਮੀਟਰ ਤੱਕ ਗੱਡੀ ਚੱਲ ਸਕਦੀ ਹੈ ਤੇ ਮਤਲਬ ਕਸਟਮਰ ਉਹਨੂੰ ਉਸ ਤੋਂ ਬਾਅਦ 2 ਤੋਂ 2.5 ਘੰਟੇ ਚਾਰਜ ਕਰਕੇ ਤਾਂ ਆਰਾਮ ਨਾਲ ਮਤਲਬ ਕਿਤੇ ਵੀ ਚਾਰਜ ਕਰਕੇ 16 ਐਂਪੀਅਰ ਦੇ ਆਪਣੇ ਮਤਲਬ ਜੋ ਅਸੀਂ ਬੇਸਿਕ ਘਰੇ ਪਲੱਗਸ ਯੂਜ਼ ਕਰਦੇ ਹਾਂ ਉਹਨਾਂ ਨੂੰ ਉਸ 'ਤੇ ਚਾਰਜ ਕਰਕੇ ਉਹ ਚੱਲ ਸਕਦਾ 120 ਕਿਲੋਮੀਟਰ ਤੱਕ ਚੱਲ ਸਕਦਾ ਸਰ। ब्यूरो रिपोर्ट चंडीगढ़।